ਪ੍ਰਿਥੀ ਚੰਦ ਦੀ ਘਰਵਾਲੀ ਬੀਬੀ ਕਰਮ ਜਿਵੇਂ ਪ੍ਰਿਥੀ ਚੰਦ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਲ ਮਨ ਅੰਦਰ ਵੈਰ ਰੱਖਦਾ ਹੈ, ਇਸੇ ਤਰ੍ਹਾਂ ਹੀ ਜੋ ਉਹਦੀ ਘਰਵਾਲੀ ਕਰਮੂ ਹੈ ਉਹਦੇ ਵੀ ਮਨ ਅੰਦਰ ਬਹੁਤ ਗੁਰੂ ਨਾਨਕ ਦੇ ਘਰ ਦੇ ਲਈ ਈਰਖਾ ਹੈ। ਸਤਿਗੁਰੂ ਗੁਰਦੇਵ ਮਹਾਰਾਜ ਜੀ ਦੇ ਘਰ ਅੰਦਰ ਅਨੇਕਾਂ ਸ਼ਰਧਾਲੂ ਪ੍ਰੀਤਵਾਨ ਸਿੱਖ ਆਉਂਦੇ ਨੇ, ਬਹੁਤ ਧਨ ਅਰਪਣ ਕਰਦੇ ਨੇ। ਤੇ ਇੱਕ ਦਿਨ ਸਿੱਖ ਸੰਗਤਾਂ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮਹਿਲਾਂ ਦੇ ਲਈ ਜਰੀਦਾਰ ਪਸ਼ਮੀਨੇ ਦੇ ਕੱਪੜੇ ਜਿਹੜੇ ਨੇ ਉਹ ਹਜ਼ੂਰ ਜੀ ਦੇ ਚਰਨਾਂ ਦੇ ਵਿੱਚ ਭੇਟ ਕੀਤੇ। ਉਹਨਾਂ ਪਾਵਨ ਵਸਤਰਾਂ ਨੂੰ ਜਦੋਂ ਮਾਤ ਗੰਗਾ ਜੀ ਨੇ ਆਪਣੇ ਘਰ ਅੰਦਰ ਧੋ ਕੇ ਛੱਤ ਉੱਪਰ ਸੁੱਕਣੇ ਪਾਇਆ ਤੇ ਉਹ ਇਤਨੇ ਸੋਹਣੇ ਲੱਗਦੇ ਸਨ ਕਿ ਗਲੀ ਦੇ ਵਿੱਚ ਜਾਂਦੇ ਹੋਏ ਲੋਕਾਂ ਦੀ ਨਿਗਾਹ ਪੈਂਦੀ ਤੇ ਲੋਕ ਇਹ ਗੱਲਾਂ ਕਰਦੇ ਸਨ ਕਿ ਗੁਰੂ ਨਾਨਕ ਦੇ ਘਰ ਦੇ ਮਾਲਕ ਜਿਨ੍ਹਾਂ ਨੂੰ ਸਾਹਿਬ ਨੇ ਤੁਰਟ ਕੇ ਮਾਲਕੀਅਤ ਬਖਸ਼ੀ ਗਏ, ਗੁਰੂ ਨਾਨਕ ਦੇ ਖਜ਼ਾਨੇ ਬਖਸ਼ੇ ਨੇ, ਕਿੱਡੇ ਭਾਗਾਂ ਵਾਲੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਦੀਆਂ ਲੋਕ ਸਿਫਤਾਂ ਕਰਦੇ ਹੋਏ ਥੱਕਦੇ ਨਹੀਂ ਤੇ ਦੂਜੇ ਪਾਸੇ ਕਰਮੋਂ ਦੀ ਜੋ ਗੋਲੀ ਹੈ ਘਰ ਅੰਦਰ ਕੰਮ ਕਰਨ ਵਾਲੀ ਦਾਸੀ ਹੈ, ਉਹਨੇ ਬੀਬੀ ਕਰਮੋਂ ਨੂੰ ਜਾ ਕੇ ਆਖਿਆ, ਕਹਿਣ ਲੱਗੀ, ਕਰਮੋਂ ਜੇ ਕਿਤੇ ਤੁਸੀਂ ਗੁਰਤਾ ਗੱਦੀ ਪ੍ਰਾਪਤ ਕੀਤੀ ਹੁੰਦੀ ਤੇ ਅੱਜ ਸਾਰੇ ਸੁੱਖ ਤੁਹਾਡੀ ਝੋਲੀ ਦੇ ਵਿੱਚ ਹੁੰਦੇ। ਅੱਜ ਤੇ ਮੈਂ ਬਹੁਤ ਦੁਖੀ ਹਾਂ। ਬੀਬੀ ਕਰਮੋਂ ਨੇ ਪੁੱਛਿਆ ਕਿ ਦੁੱਖ ਕਿਸ ਗੱਲ ਦਾ? ਆਖਣ ਲੱਗੀ ਕਿ ਦੇਖੋ ਤੁਹਾਡੇ ਸ਼ਰੀਕਾਂ ਦੇ ਘਰ ਅੰਦਰ ਕੀ ਕੀ ਕੁਝ ਆਉਂਦਾ ਹੈ ਤੇ ਤੁਸੀਂ ਵੀ ਉਹਨਾਂ ਦੇ ਭਰਾ ਹੀ ਹੋ ਨਾ, ਹੈ ਤੇ ਤੁਸੀਂ ਵੀ ਗੁਰੂ ਰਾਮਦਾਸ ਜੀ ਦੇ ਪੁੱਤਰ ਹੀ ਹੋ ਨਾ, ਸਗੋਂ ਕਿ ਤੁਹਾਨੂੰ ਤੇ ਵੱਡੇ ਪੁੱਤਰ ਹੋਣ ਦਾ ਮਾਣ ਵੀ ਪ੍ਰਾਪਤ ਹੈ, ਪਰ ਫਿਰ ਵੀ ਤੁਹਾਡੇ ਕੋਲ ਕੁਝ ਨਹੀਂ, ਬਸ ਇਹ ਦੇਖ ਕੇ ਕਿ ਲੋਕ ਕਿੰਨੇ ਕੀਮਤੀ ਭੇਟਾਵਾਂ ਉਹਨਾਂ ਨੂੰ ਅਰਪਣ ਕਰਦੇ ਨੇ। ਤੁਸੀਂ ਵੱਡੇ ਹੋ ਕੇ ਵੀ ਖਾਲੀ ਰਹਿ ਗਏ ਤੇ ਉਹ ਛੋਟੇ ਹੋ ਕੇ ਵੀ ਬਹੁਤ ਕੁਝ ਪ੍ਰਾਪਤ ਕਰ ਗਏ। ਮਾਨੋ ਇਹ ਗੱਲਾਂ ਇਤਨੀਆਂ ਤਿੱਖੀਆਂ ਸੂਲਾਂ ਸਨ ਜੋ ਬੀਬੀ ਕਰਮੋਂ ਦੇ ਹਿਰਦੇ ਦੇ ਵਿੱਚ ਜਾ ਲੱਗੀਆਂ ਤੇ ਬੀਬੀ ਕਰਮੋਂ ਅੱਖਾਂ ਦੇ ਵਿੱਚ ਅਥਰੂ ਆਏ ਤੇ ਉਡੀਕ ਕਰਦੀ ਹੈ ਕਿ ਕਦੋਂ ਪ੍ਰਿਥੀ ਚੰਦ ਘਰ ਅੰਦਰ ਆਵੇ ਤੇ ਮੈਂ ਆਪਣਾ ਦੁਖੜਾ ਪ੍ਰਿਥੀ ਚੰਦ ਦੇ ਅੱਗੇ ਰੋਵਾਂ। ਇਹ ਪ੍ਰਿਥੀ ਚੰਦ ਬੀਬੀ ਕਰਮੋਂ ਦਾ ਪਤੀ ਹੈ। ਜਦੋਂ ਪ੍ਰਿਥੀ ਚੰਦ ਘਰ ਅੰਦਰ ਆਉਂਦਾ ਹੈ ਨਾ ਤੇ ਉਹ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਕਿ ਬੀਬੀ ਕਰਮੋਂ ਬੈਠੀ ਕੋਈ ਹੈ। ਇੰਜ ਜਾਪਦਾ ਹੈ ਕਿ ਜਿਵੇਂ ਅੱਜ ਬਹੁਤ ਵੱਡਾ ਘਾਟਾ ਪੈ ਗਿਆ ਹੋਵੇ। ਇੰਜ ਪ੍ਰਤੀਤ ਲੱਗਦੀ ਹੈ ਕਿ ਜਿਵੇਂ ਕੋਈ ਬਹੁਤ ਵੱਡਾ ਨੁਕਸਾਨ ਇਹਨਾਂ ਦੇ ਪਾਸੋਂ ਹੋ ਗਿਆ ਹੋਵੇ। ਬੀਬੀ ਕਰਮੋਂ ਨੂੰ ਉਹ ਪੁੱਛਦੇ ਨੇ ਕਿ ਭਾਗਵਾਨੇ ਕਿਉਂ ਆਪਣੇ ਜੋ ਮਨ ਦੀ ਦਸ਼ਾ ਹੈ ਐਸੀ ਬਣਾਈ ਹੈ? ਕੀ ਵਜ੍ਹਾ ਕੀ ਕਾਰਨ ਹੋਇਆ ਕਿ ਇਤਨਾ ਦੁੱਖ ਤੈਨੂੰ ਪ੍ਰਤੀਤ ਹੋ ਰਿਹਾ ਹੈ, ਜਾਪਦਾ ਹੈ? ਤੇ ਬੀਬੀ ਕਰਮੋਂ ਕਹਿੰਦੀ ਕਿ ਜੇ ਤੁਸੀਂ ਅੱਜ ਪਤੀ ਦੀ ਸੇਵਾ ਕੀਤੀ ਹੁੰਦੀ ਨਾ, ਵਾਹਿਗੁਰੂ ਜੀ, ਜੇ ਤੁਸੀਂ ਕਿਤੇ ਗੁਰੂ ਦੀ ਸੇਵਾ ਕੀਤੀ ਹੁੰਦੀ, ਗੁਰੂ ਰਾਮਦਾਸ ਜੀ ਦੀ, ਪਿਤਾ ਜੀ ਦੀ, ਤੇ ਜੋ ਗੁਰਤਾ ਗੱਦੀ ਤੁਹਾਡੇ ਛੋਟੇ ਭਰਾ ਨੂੰ ਪ੍ਰਾਪਤ ਹੋਈ ਹੈ ਨਾ,
ਉਹ ਗੁਰਤਾ ਗੱਦੀ ਅੱਜ ਤੁਹਾਨੂੰ ਪ੍ਰਾਪਤ ਹੋਣੀ ਸੀ, ਤੇ ਜੋ ਕੁਝ ਭੇਟਾਵਾਂ ਗੁਰੂ ਨਾਨਕ ਦੇ ਘਰ ਅੰਦਰ ਚੜ੍ਹਦੀਆਂ ਨੇ, ਉਹ ਕੁਝ ਭੇਟਾਵਾਂ ਅੱਜ ਸਾਡੇ ਘਰ ਅੰਦਰ ਆਉਣੀਆਂ ਸਨ। ਐਸੀਆਂ ਗੱਲਾਂ ਜਦੋਂ ਪ੍ਰਿਥੀ ਚੰਦ ਨੇ ਸੁਣੀਆਂ ਤੇ ਪ੍ਰਿਥੀ ਚੰਦ ਨੇ ਆਖਿਆ, ਕਹਿਣ ਲੱਗੇ, ਕਰਮੋ ਤੂੰ ਕਿਸੇ ਗੱਲ ਦੀ ਪਰਵਾਹ ਨਾ ਕਰ, ਮੈਂ ਸਭ ਕੁਝ ਸਹੀ ਕਰ ਦਿਆਂਗਾ। ਕਰਮੋ ਹੱਸਦੀ ਕੋਈ ਜਵਾਬ ਦਿੰਦੀ ਏ ਕਿ ਜੇ ਸਹੀ ਕਰਨਾ ਹੁੰਦਾ ਤੇ ਤੁਸੀਂ ਪਹਿਲਾਂ ਕਰ ਦੇਣਾ ਸੀ। ਆਖਣ ਲੱਗੇ ਕਿ ਨਹੀਂ, ਜੋ ਬਚਨ ਮੈਂ ਕਹਿਣ ਲੱਗਾਂਗਾ ਇਹਨਾਂ ਬਚਨਾਂ ਨੂੰ ਤੂੰ ਸੱਚ ਜਾਣੀ। ਸੱਚ ਕਿਵੇਂ ਜਾਣੀ? ਤੂੰ ਤੜਪਦੀ ਏ ਕਿ ਸਾਡੇ ਘਰ ਗੁਰਤਾ ਗੱਦੀ ਨਹੀਂ ਆਈ, ਸਾਨੂੰ ਗੁਰਤਾ ਗੱਦੀ ਪ੍ਰਾਪਤ ਨਹੀਂ ਹੋਈ। ਕਰਮੋ ਤੂੰ ਚਿੰਤਾ ਨਾ ਕਰ, ਜੋ ਬਚਨ ਕਹਿਣ ਲੱਗਾ ਹਾਂ ਇਹ ਪੱਥਰ ਤੇ ਲਕੀਰ ਨੇ, ਇਹਨਾਂ ਨੂੰ ਦੁਨੀਆ ਦੀ ਕੋਈ ਤਾਕਤ ਮਿਟਾ ਨਹੀਂ ਸਕਦੀ। ਉਹਨੇ ਆਖਿਆ, ਜੀ ਹੁਣ ਕੁਝ ਦੇਰੀ ਦੇ ਅੰਦਰ, ਭਾਵ ਕੁਝ ਸਮੇਂ ਦੀ ਹੀ ਇਹ ਖੇਡ ਗਏ, ਤੇ ਕੁਝ ਸਮੇਂ ਦੇ ਅੰਦਰ ਇਹ ਜਿਹੜਾ ਅਰਜਨ ਹੈ ਇਹ ਮਰ ਜਾਵੇਗਾ, ਮੁੱਕ ਜਾਵੇਗਾ। ਜਦੋਂ ਅਰਜਨ ਮਰ ਗਿਆ ਇਹਨਾਂ ਦੇ ਘਰ ਅੰਦਰ ਪੁੱਤਰ ਨਹੀਂ ਹੋਵੇਗਾ, ਤੇ ਜੇ ਪੁੱਤਰ ਨਾ ਹੋਇਆ ਤੇ ਭੋਲੀਏ ਮੈਨੂੰ ਦੱਸ ਫਿਰ ਗੁਰਤਾ ਗੱਦੀ ਕਿੱਥੇ ਆਵੇਗੀ? ਰੱਬ ਨੇ ਉਹਨੂੰ ਪੁੱਤਰ ਤੋਂ ਖਾਲੀ ਰੱਖਿਆ ਏ ਤੇ ਸਾਨੂੰ ਪੁੱਤਰਾਂ ਵਾਲਾ ਬਣਾਇਆ ਹੈ। ਸਾਡੇ ਘਰ ਅੰਦਰ ਪੁੱਤਰ ਗਏ ਤੇ ਸਹਿਜ ਸੁਭਾਵ ਕੀ ਗੱਲ ਹੈ ਕਿ ਜਦੋਂ ਪੁੱਤਰ ਉਹਨਾਂ ਦੇ ਘਰ ਨਹੀਂ ਹੋਵੇਗਾ, ਮੌਤ ਹੋ ਜਾਵੇਗੀ, ਤੇ ਇਹ ਧਨ, ਇਹ ਜਾਇਦਾਦ, ਇਹ ਦੌਲਤ ਉਹਨਾਂ ਦੇ ਕਿਸ ਕੰਮ ਦੀ? ਇਹ ਧਨ ਦੇ ਵੀ ਮਾਲਕ ਅਸੀਂ ਬਣਾਂਗੇ, ਜਾਇਦਾਦ ਦੇ ਵੀ ਮਾਲਕ ਅਸੀਂ ਬਣਾਂਗੇ, ਸੰਗਤ ਵੀ ਫਿਰ ਸਾਡੇ ਕੋਲ ਆਵੇਗੀ ਤੇ ਗੁਰਤਾ ਗੱਦੀ ਵੀ ਸਾਡੇ ਘਰ ਅੰਦਰ ਟਿਕੇਗੀ। ਤੂੰ ਚਿੰਤਾ ਨਾ ਕਰ। ਇਹ ਬਚਨ ਆ ਕੇ ਪ੍ਰਿਥੀ ਚੰਦ ਨੇ ਮਾਨੋ ਆਪਣੀ ਘਰਵਾਲੀ ਕਰਮੋਂ ਨੂੰ ਸੰਤੋਖ ਦਿੱਤਾ ਗਏ, ਤੇ ਦੋਨੇ ਜੀ ਬੈਠ ਕੇ ਮਾਨੋ ਗੁਰੂ ਨਾਨਕ ਦੇ ਘਰ ਦੀ ਬੁਰਾਈ ਸੋਚਦੇ ਪਏ। ਐਸੇ ਵੀ ਬੰਦੇ ਨੇ ਜੋ ਦੂਸਰਿਆਂ ਦਾ, ਜੋ ਕਹੀਏ ਕਿ ਬੁਰਾ ਕਰਕੇ ਆਪਣਾ ਭਲਾ ਮੰਗਦੇ ਨੇ। ਤੇ ਸਾਹਿਬ ਦੀ ਬਾਣੀ ਕਹਿੰਦੀ ਏ ਇੱਦਾਂ ਕਦੀ ਹੋ ਸਕਦਾ ਕਿ ਕੋਈ ਬੰਦਾ ਦੂਸਰੇ ਦਾ ਬੁਰਾ ਕਰਕੇ ਆਪਣਾ ਭਲਾ ਕਰ ਸਕੇ? ਇੱਦਾਂ ਕਦੀ ਨਹੀਂ ਜੇ ਹੁੰਦਾ। ਹੁਣ ਗੱਲ ਜਿਹੜੀ ਸੀ ਉਹ ਘਰ ਦੀ ਜੋ ਦਾਸੀ ਸੀ, ਜਿਸ ਦਾਸੀ ਨੇ ਸਾਰੀ ਅੱਗ ਲਾਈ ਸੀ, ਉਸ ਦਾਸੀ ਨੇ, ਕਿਉਂਕਿ ਜਿਹੜੀ ਨਿੰਦਾ ਕਰਨ ਵਾਲੀ ਔਰਤ ਇਹਨਾਂ ਗੁਰਮੁਖ ਪਿਆਰਿਓ, ਜਿਹਦਾ ਕੰਮ ਇੱਧਰੋਂ ਚੁੱਕੀ ਗੱਲ ਉੱਧਰ ਲਾ ਦੇਣੀ, ਉੱਧਰੋਂ ਅੱਗ ਲਾਈ ਉੱਧਰ ਲਾ ਦੇਣੀ, ਉਹਦੇ ਢਿੱਡ ਦੇ ਅੰਦਰ ਕਦੀ ਗੱਲ ਪਚਦੀ ਨਹੀਂ। ਹੁਣ ਉਸੇ ਨੇ ਆਣ ਕੇ ਅੱਗ ਲਾਈਏ ਤੇ ਉਹੀ ਔਰਤ ਜਿਹੜੀ ਇਹ ਦੱਸਣ ਦੇ ਲਈ, ਜੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਘਰ ਅੰਦਰ ਦਾਸੀ ਲੱਗੀ ਹੈ ਨਾ, ਉਸ ਦਾਸੀ ਨੂੰ ਦੱਸਦੀ ਏ ਕਿ ਭੋਲੀਏ ਤੈਨੂੰ ਕੁਝ ਪਤਾ ਏ? ਉਹ ਵਿਚਾਰੀ ਪੁੱਛਦੀ ਏ, ਨਾ ਭੈਣੇ ਮੈਨੂੰ ਕੁਝ ਨਹੀਂ ਪਤਾ, ਕਿਸ ਚੀਜ਼ ਦੀ ਤੂੰ ਗੱਲ ਕਰਦੀ? ਆਖਣ ਲੱਗੀ ਕਿ ਗੱਲ ਤੇ ਮੈਂ ਤੈਨੂੰ ਸਾਰੀ ਦੱਸ ਦਿਆਂਗੀ, ਪਰ ਤੇਰੇ ਅੱਗੇ ਹੱਥ ਜੋੜ ਬੇਨਤੀ ਹੈ। ਉਹ ਬੇਨਤੀ ਇਹ ਹੈ ਕਿ ਇਹ ਗੱਲ ਅਗਾਂਹ ਨਹੀਂ ਕਰਨੀ। ਉਹਨੇ ਆਖਿਆ ਕਿ ਜੋ ਪ੍ਰਿਥੀ ਚੰਦ ਹੈ ਨਾ, ਪ੍ਰਿਥੀ ਚੰਦ ਤੁਹਾਡੇ ਘਰ ਦੇ ਨਾਲ ਬਹੁਤ ਈਰਖਾ ਰੱਖਦਾ ਹੈ, ਤੇ ਪ੍ਰਿਥੀ ਚੰਦ ਨੇ ਇਹ ਬਚਨ ਆਖੇ ਨੇ ਕਿ ਕੁਝ ਚਿਰਾਂ ਦੇ ਅੰਦਰ ਅਰਜਨ ਮਰ ਜਾਵੇਗਾ, ਇਹਨਾਂ ਦੇ ਘਰ ਅੰਦਰ ਪੁੱਤਰ ਦੀ ਦਾਤ ਦੀ ਪ੍ਰਾਪਤੀ ਨਹੀਂ ਹੋਣੀ। ਇਹ ਇਸੇ ਤਰ੍ਹਾਂ ਹੀ ਖਾਲੀ ਆਏ ਨੇ, ਖਾਲੀ ਹੀ ਚਲੇ ਜਾਣਗੇ। ਐਸੇ ਬਚਨ ਜਦੋਂ ਉਹਨਾਂ ਨੇ ਆਖੇ ਤੇ ਫਿਰ ਆਖਿਆ ਕਿ ਸਾਰਾ ਧਨ ਵੀ ਸਾਡਾ ਹੋਵੇਗਾ, ਸਾਰੀ ਜਾਇਦਾਦ ਵੀ ਸਾਡੀ ਹੋਵੇਗੀ, ਸੰਗਤ ਵੀ ਸਾਨੂੰ ਆ ਕੇ ਮੱਥਾ ਟੇਕੇਗੀ, ਸਾਡੇ ਅੱਗੇ ਸਜਦਾ ਕਰੇਗੀ, ਸਾਡੀ ਬੱਲੇ ਬੱਲੇ ਹੋ ਜਾਵੇਗੀ, ਤੇ ਅਰਜਨ ਦੇ ਘਰ ਦਾ ਦੀਵਾ ਜਿਹੜਾ ਹੈ ਉਹ ਸਦੀਵੀ ਕਾਲ ਦੇ ਲਈ ਬੁਝ ਜਾਵੇਗਾ, ਕਿਉਂਕਿ ਉਹਨਾਂ ਦੇ ਘਰ ਅੰਦਰ ਪੁੱਤਰ ਨਹੀਂ। ਦਾਸੀ ਨੇ ਇਹ ਬਚਨ ਸੁਣੇ ਨੇ, ਤੇ ਇਹ ਬਚਨ ਸੁਣ ਕੇ ਬਾਅਦ ਦੇ ਵਿੱਚ
ਮਾਤ ਗੰਗਾ ਜੀ ਦੇ ਕੰਨੀ ਇਹ ਗੱਲ ਪਾਈ। ਆਖਣ ਲੱਗੇ ਕਿ ਮਾਤ ਗੰਗਾ ਜੀ, ਜੋ ਤੁਹਾਡੇ ਵੱਡੇ ਸ਼ਰੀਕ ਨੇ ਨਾ, ਉਹ ਰੋਜ਼ ਅਰਦਾਸਾਂ ਕਰਦੇ ਨੇ ਕਿ ਮਾਤ ਗੰਗਾ ਵਿਧਵਾ ਹੋ ਜਾਵੇ, ਇਹਦਾ ਪਤੀ ਮਰ ਜਾਵੇ, ਤੇ ਇਹਨਾਂ ਦੇ ਜਿੰਨੇ ਵੀ ਸੁੱਖ ਨੇ ਉਹ ਅਸੀਂ ਖੋ ਕੇ ਆਪਣੇ ਘਰ ਅੰਦਰ ਲੈ ਆਉਣੇ ਨੇ। ਇਹ ਔਂਤਰੇ ਨੇ, ਇਹਨਾਂ ਦੇ ਘਰ ਅੰਦਰ ਕੋਈ ਬੱਚਾ, ਕੋਈ ਔਲਾਦ ਨਕੀ। ਮਾਤ ਗੰਗਾ ਜੀ ਨੇ ਜਦੋਂ ਐਸੇ ਬਚਨ ਸੁਣੇ ਜਿਨ੍ਹਾਂ ਦੀ ਉਮੀਦ ਹੀ ਨਹੀਂ ਸੀ ਕੀਤੀ ਜਾ ਸਕਦੀ, ਮਾਤ ਗੰਗਾ ਜੀ ਦੇ ਨੇਤਰ ਭਰ ਗਏ ਨੇ ਜਲ ਦੇ ਨਾਲ, ਤੇ ਭਰੇ ਹੋਏ ਨੇਤਰਾਂ ਦੇ ਨਾਲ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਗਏ। ਕੋਲ ਜਾ ਕੇ ਬੇਨਤੀ ਕੀਤੀ ਕਿ ਸੱਚੇ ਸਤਿਗੁਰੂ, ਤੁਸੀਂ ਕਿਰਪਾ ਕਰਕੇ ਇਹ ਮੈਨੂੰ ਦੱਸਣਾ ਕਰੋ ਕਿ ਤੁਹਾਡੇ ਘਰ ਅੰਦਰ ਕਿਸੇ ਚੀਜ਼ ਦੀ ਕਮੀ ਹੈ। ਕਿਵੇਂ ਲੋਕ ਆਉਂਦੇ ਨੇ, ਝੋਲੀਆਂ ਅੱਡਦੇ ਨੇ, ਦਾਤਾਂ ਮੰਗਦੇ ਨੇ, ਨੱਕ ਰਗੜਦੇ ਨੇ, ਤੇ ਤੁਸੀਂ ਪ੍ਰਸੰਨ ਹੋ ਕੇ ਤੁਰਟ ਕੇ ਉਹਨਾਂ ਦੀ ਝੋਲੀ ਦੇ ਅੰਦਰ ਦਾਤ ਪਏ ਪਾਉਂਦੇ ਹੋ ਕਿ ਉਹਨਾਂ ਦੇ ਘਰ ਅੰਦਰ ਕੋਈ ਵੀ ਦੁੱਖ ਤਕਲੀਫ ਨਾ ਰਹਿ ਜਾਵੇ। ਸੱਚੇ ਸਤਿਗੁਰੂ ਜੀ ਨੇ ਬੜੇ ਪ੍ਰੇਮ ਦੇ ਨਾਲ ਇਹ ਬੇਦਨਾ ਸੁਣੀ, ਬੇਨਤੀ ਸੁਣੀ, ਤੇ ਹਜ਼ੂਰ ਜੀ ਨੇ ਆਖਿਆ ਕਿ ਗੰਗਾ ਜੀ, ਅੱਜ ਤੁਸਾਨੂੰ ਕੀ ਹੋਇਆ ਹੈ? ਪਹਿਲਾਂ ਤੇ ਕਦੀ ਐਸੀਆਂ ਗੱਲਾਂ ਨਹੀਂ ਕੀਤੀਆਂ, ਪਹਿਲਾਂ ਤੇ ਐਸੀਆਂ ਗੱਲਾਂ ਦਾ ਕਦੀ ਜ਼ਿਕਰ ਹੀ ਨਹੀਂ ਕੀਤਾ, ਪਰ ਅੱਜ ਤੁਸੀਂ ਕਿਉਂ ਇਹ ਬਚਨ ਆਖਦੇ ਹੋ ਕਿ ਗੁਰੂ ਨਾਨਕ ਦੇ ਘਰ ਅੰਦਰ ਲੋਕ ਆਉਂਦੇ ਨੇ, ਤੁਸੀਂ ਉਹਨਾਂ ਨੂੰ ਦੁਨੀਆ ਦਾ ਵੀ ਪਰਮਾਤਮਾ ਦੇ ਘਰ ਦਾ ਵੀ ਸੁੱਖ ਬਖਸ਼ਿਸ਼ ਕਰਦੇ ਹੋ? ਅੱਜ ਐਸੀਆਂ ਗੱਲਾਂ ਦੇ ਉੱਤੇ ਮਨ ਉਦਾਸ ਕਿਉਂ ਕੀਤਾ ਹੈ? ਤੇ ਮਾਤ ਗੰਗਾ ਜੀ ਨੇ ਫਿਰ ਆਖਿਆ, ਕਹਿਣ ਲੱਗੇ ਕਿ ਹੇ ਸੱਚੇ ਸਤਿਗੁਰੂ ਜੀਓ, ਜੋ ਸਾਡੇ ਸ਼ਰੀਕ ਨੇ ਨਾ, ਉਹ ਅਰਦਾਸਾਂ ਕਰਦੇ ਨੇ। ਸਾਨੂੰ ਆ ਕੇ ਦਾਸੀ ਨੇ ਦੱਸਿਆ ਹੈ ਕਿ ਇਹ ਔਂਤਰੇ ਨੇ, ਇਹਨਾਂ ਦੇ ਘਰ ਅੰਦਰ ਕਦੀ ਜਵਾਕ, ਕਦੀ ਬੱਚਾ ਪੈਦਾ ਨਹੀਂ ਹੋਣਾ, ਇਹਨਾਂ ਨੇ ਇੱਦਾਂ ਹੀ ਮਰ ਖਪ ਜਾਣਾਗੇ ਤੇ ਸਾਰੀ ਦੌਲਤ ਦੇ ਮਾਲਕ ਅਸਾਂ ਬਣਨਾ। ਸਤਿਗੁਰੂ ਜੀ ਨੂੰ ਹੱਥ ਜੋੜ ਬੇਨਤੀ ਕੀਤੀ ਕਿ ਦਾਤਾ ਜੀ, ਮੈਂ ਤੁਹਾਡੇ ਤੋਂ ਧਨ ਨਹੀਂ ਚਾਹੁੰਦੀ, ਦੌਲਤ ਨਹੀਂ ਚਾਹੁੰਦੀ, ਦੁਨੀਆ ਦੀ ਕੋਈ ਖੁਸ਼ੀ ਨਹੀਂ ਚਾਹੁੰਦੀ, ਪਰ ਮੈਂ ਇੱਕ ਬੇਨਤੀ ਕਰਦੀ ਹਾਂ ਮਾਂ ਦੇ ਰੂਪ ਦੇ ਅੰਦਰ ਕਿ ਆਪ ਕਿਰਪਾ ਕਰਕੇ ਘਰ ਦੇ ਵਿੱਚ ਆਓ ਤੇ ਕਿਰਪਾ ਦੇ ਘਰ ਅੰਦਰ ਆ ਕੇ ਮੇਰੇ ਜੀਵਨ ਦਾ ਸੁੱਖ ਮੈਨੂੰ ਬਖਸ਼ ਦਿਓ, ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਸਤਿਗੁਰੂ ਜੀ ਹੱਸਦੇ ਹੋਏ, ਮੁਸਕਰਾਉਂਦੇ ਹੋਏ ਆਖਦੇ ਨੇ, ਗੰਗਾ ਇੰਜ ਨਹੀਂ ਹੁੰਦਾ, ਇਹ ਦਾਤਾ ਵਾਹਿਗੁਰੂ ਪਰਮੇਸ਼ਵਰ ਵਾਹਿਗੁਰੂ ਜੀ ਦੇ ਹੱਥ ਨੇ, ਤੇ ਜਿੱਥੇ ਵਾਹਿਗੁਰੂ ਪਰਮਾਤਮਾ ਰੱਖੇ ਨਾ, ਉਸ ਥਾਂ ਦੇ ਉੱਤੇ ਅਸਾਂ ਜੀਆਂ ਨੂੰ ਰਹਿਣਾ ਪੈਂਦਾ। ਮਾਤ ਗੰਗਾ ਜੀ ਆਖਦੇ ਨੇ ਕਿ ਨਹੀਂ, ਤੁਸੀਂ ਜੋ ਮਰਜ਼ੀ ਆਖੋ, ਪਰ ਮੈਨੂੰ ਯਕੀਨ ਹੈ ਕਿ ਦੁਨੀਆ ਇੱਥੇ ਆ ਕੇ ਝੁਕਦੀ ਏ, ਸੇਵਾ ਕਰਦੀ ਏ, ਤੇ ਤੁਸੀਂ ਉਹਨਾਂ ਨੂੰ ਝੋਲੀਆਂ ਭਰ ਕੇ ਨਿਵਾਜਦੇ ਹੋ। ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਹੱਥ ਜੋੜ ਬੇਨਤੀ ਕਰਦੀ ਹਾਂ, ਕਿਰਪਾ ਦੇ ਘਰ ਅੰਦਰ ਆ ਕੇ ਮੈਨੂੰ ਪੁੱਤਰ ਦਾ ਸੁੱਖ ਬਖਸ਼ਿਸ਼ ਕਰੋ। ਮਾਤ ਗੰਗਾ ਜੀ ਦੀ ਬੇਨਤੀ ਨੂੰ ਸੁਣ ਕੇ ਉਹਨਾਂ ਨੇ ਆਖਿਆ, ਭੁੱਲੀਏ, ਫਿਰ ਇੰਜ ਕਰ, ਜੇ ਸੱਚਮੁੱਚ ਪੁੱਤਰ ਦਾ ਸੁੱਖ ਲੈਣਾ ਚਾਹੁੰਦੀ ਹੈ ਨਾ, ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਉਹਨਾਂ ਦੇ ਕੋਲ ਜਾ, ਅਰਦਾਸ ਕਰ, ਬੇਨਤੀ ਕਰ, ਉਹਨਾਂ ਦੀ ਸੇਵਾ ਕਰ, ਤੇ ਜੋ ਸੇਵਾ ਕਰਕੇ ਉਸ ਤੋਂ ਬਾਅਦ ਤੁਰਟ ਕੇ ਉਹ ਬਚਨ ਤੇਰੀ ਝੋਲੀ ਦੇ ਵਿੱਚ ਪਾਉਣਗੇ ਨਾ, ਤੇ ਉਹ ਸਾਧ ਦਾ ਆਖਿਆ ਹੋਇਆ ਬਚਨ ਕਦੀ ਖਾਲੀ ਨਹੀਂ ਜਾਵੇਗਾ। ਮਾਤ ਗੰਗਾ ਜੀ ਦੇ ਮਨ ਅੰਦਰ ਸਿਦਕ ਆਇਆ ਕਿ ਮੇਰੇ ਪਤੀ ਗੁਰੂ ਨੇ ਬਚਨ ਅਸਾਂ ਦੀ ਝੋਲੀ ਦੇ ਵਿੱਚ ਪਾਏ ਨੇ। ਮਾਤ ਗੰਗਾ ਜੀ ਨੂੰ ਬੜਾ ਚਾਅ ਹੈ
ਹੁਣ ਮਾਤ ਗੰਗਾ जी ਅੰਮ੍ਰਿਤ ਵੇਲੇ ਉੱਠੇ ਨੇ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕੀਤਾ ਤੇ ਇਸ਼ਨਾਨ ਪਾਨ ਕਰਨ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਵੇਂ ਆਖਿਆ ਸੀ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਾਇਓ, ਤੇ ਮਾਤ ਗੰਗਾ ਜੀ ਨੇ ਆਪਣੀਆਂ ਕੁਝ ਸਖੀਆਂ ਦਾਸੀਆਂ ਲਈਆਂ ਨੇ ਤੇ ਕੁਝ ਸੰਗਤ ਨਾਲ ਲੈ ਲਈ। रथ वाले नूं तैयार कर दिता गया, रथ के उत्ते सवार हुए ने। दास ते दासियां नाल ने। इंज जापदा है कि जिमें कोई बहुत वड्डे राजे दी रानी जिहड़ी है वो अपने महलों दे विचों बाहर निकली होवे। इतनी संगत, इतने लोग मात गंगा जी दे नाल ने ते सहजे सहजे करदियां करदियां जदों मात गंगा जी बाबा बुढ़ा जी वाले पासे हुई न, उस थान के उत्ते जान लगे। तो देखो किवें जदों घोड़े दौड़े, मनुख पिछे पिछे आ रहे ने। उस समय अस्थान कच्चे हुंदे सन, उस समय गलियां कच्चियां हुंदियां सन, घर कच्चे हुंदे सन। ते घोड़ियां दी पबां ने, घोड़ियां दी जिहड़ियां टापां ने ना, उन्होंने मिट्टी नूं पुटना शुरू किया। हवा दे विच मिट्टी उड़ी ते बाबा बुढ़ा जी ने सहज सुभाई ये गल आखी। आखन लगे ने कि भाई इतनी धूड़, इतनी मिट्टी उड़ती पई है, देखियो जरा कि कौन आ रहा है। सिखां ने आके बेनती की, कहन लगे कि बाबा बुढ़ा जीओ, इंज जापदा है कि गुरु नानक दे घर दे मालक आ रहे ने। धन गुरु अर्जन देव पातशाह जी दे घर दे मात गंगा जी जो अपने नाल बहुत वड्डे दास ते दासियां दा जिहड़ा जथा है वो लैके आ रहे। बाबा बुढ़ा जी ने सहज सुभाए बचन आके ने कहन लगे कि भोलियो, अज गुरु नानक दे घर नूं की भाजड़ा पै गईयां, जिहड़ा अज साडे दासां नूं याद करन दे लई इतने वड्डे जथे दे रूप दे विच आए ने। ब्रह्म ज्ञानी बाबा बुढ़ा जी ने बचन आखे ने ते बचन आखण तो बाद बाबा बुढ़ा जी उस थान दे उत्ते बैठ गए ने। मात गंगा जी आए। मात गंगा जी दे ਜਿਹੜੇ ने बाबा बुढ़ा जी ने सत्कार देण दे लई उठ खलोते ने, हाथ जोड़े बेनती की कि भाई जी आयां नूं जो साडे वर्गे दासां नूं तुसां याद कीता। ते मात गंगा जी ने आख्या कि बाबा बुढ़ा जीओ, असीं तुहाडे चरनां दे विच बेनती करन आए हां कि सानू पुत्रां दी दात चाहिदी है, सानू पुत्र चाहिदा है। ते तुसीं अपनी रसना दे विचों अरदास करो, बचन साडी झोली दे विच पावो। बाबा बुढ़ा जी ने आख्या, कहन लगे कि मात गंगा जी तुसीं बहुत आदर योग हो, सत्कार योग हो, पर चेता रखियो मैं गुरु की बराबरी नहीं कर सकता। असीं ते घाह पुट्टण वाले हां, असी ते घाह खोतण वाले हाँ, असी ते घाह पुट्टण वाले हाँ, नानक दे घर दे दास हाँ, गोले हाँ। जे तुसी आखो कि असी कोई रसना दे विचों बचन आखीए ते पूरे हो जाण। बाबा बुढ़ा जी ने आख्या कि भाई असी गुरु नानक दे घर दे पहरेदार हाँ, गुरु नानक दे घर दे घाईए हाँ, साडे अंदर इतनी समर्था नहीं। जाओ जिस सच्चे सतगुरु जी ने तुहानू भेजिया है ना, उसी सच्चे सतगुरु जी के चरणों दे विच जाके अरदास करो। उसी सच्चे सतगुरु जी के चरणों का ओट आसरा लवो। उसी सच्चे सतगुरु जी ने तुहाडे जीवन के कारज रास करने ने। आखन लगे मात जी सारियां रहमतां उन्हां चरणों दे विच ने, उन्हां हत्थां दे विच ने। असां जियां दे कोल ते कुछ नहीं, साडे कोल ते एक खुरपा है, एक दाती है, एक कही। साडा काम ते घाह पुट्टना है, फसल ला देना है, और असां की करना है।
ऐसे बचनां नूं सुन के जो मात गंगा जी सन उन्हां दे मन अंदर बहुत निराशता आई। निराश हो गए, इदां जिवें किसी मनुख दे हत्थां दे विच धन आउंदा आउंदा निकल जावे ते बंदा बहुत पछताउंदा कि बहुत दुखी हुंदा कि इसे ढंग दे नाल जदों मात गंगा जी ने ये बचन सुने कि पुत्र की प्राप्ति नहीं होवेगी, ये तो सच्चे सतगुर जी ही करनगे। मात गंगा जी भरे हिरदे दे नाल वापस चले गए ते अज सतगुरु गुरुदेव महाराज जी ने पूछा है कि गंगा तुसी बाबा बुढ़ा जी दे कोल गए सी ते दसो बाबा बुढ़ा जी ने की बचन तुहाडी झोली दे विच पाया। मात गंगा जी आखदे ने कि हे सच्चे सतगुरु जी तुसी सब जानी जान गो, तुहानू पता है कि बाबा बुढ़ा जी ने कोई बचन मेरी झोली दे विच नहीं पाया, सगों कि ये बचन कह दिते ने कि जे पुत्र की प्राप्ति चाहुंदी है ना ते भुल गए सारा संसार तेरे पति गुरु के चरणों दे विच झुकदा है ते उस ही पति गुरु के चरणों दे विच तूं झुक ते निमरता दे विच आके अरदास कर। गुरु नानक दे घर अंदर दुनिया दे भी ते वाहिगुरु दे भी घर दे सुख ने। ये गल कह के मात गंगा जी ने एक बार फिर अखां भरियां, नेत्रां दे विचों जल छलकिया गए, मन भर गया है ते कहन लगी कि पति गुरु हुण समझ नहीं लगती कि मैं कित्थे जावां। जिथे आप जी ने भेजिया उथे भी जवाब मिल गया। जे आप जी दे चरनां दे विच बेनती करदी हाँ ते तुसी आखदे हो कि भाई ये रब दीआं दातां ने, रब दिंदा कि मनुख दे जीआं दे वस दी कोई गल नहीं। नेत्र भर के जदों ये गल आखी ते सच्चे सतगुरु जी बोल पे, कहन लगे गंगा मैनू सचो सच दस कि जदों तू धन धन बाबा बुढ़ा साहब जी नूं मिलन गई सा ते किवें मिलन गई सी। गंगा जी ने जवाब दिता, कहन लगे कि जदों अमृत वेले उठे दास दासियां नाल लईआं ते दास दासियां दा एक बहुत वड्डा जथा बना के ते बाबा बुढ़ा साहब जी दे दर्शन करन दे लई असीं उत्थे पहुँचे। जदों सतगुरु जी ने ऐसे बचन कन्नां दे नाल सुने ते सतगुरु जी ने आख्या भोलिए इत्थे ही गलती कर गई। जदों भी कोई दात लैनी होवे ना ते ये नहीं जनाईदा असीं बहुत उच्ची अवस्था दे मालकां, असीं बहुत उच्चे पद दे उत्ते बैठे हाँ। जदों भी दात लैण जाइए निमाणे हो के निताणे हो के ये दस के पातशाह साडे वस दे विच कुछ नहीं। फिर जदों साधु तुहाडी सेवा दे उत्ते तुहाडे बचनां दे उत्ते प्रसन्न हुंदा है ना ते साधु बचन उदों झोली दे विच पाउंदा। बाबा बुढ़ा जी दे कोल जावेंगी ते सच दसां इत्थों तक के पैरीं जोड़ा भी ना पावीं तो जाई बड़ी शरधा भावना दे नाल अमृत वेले उठी, मिसे प्रशादे लई, नाल लस्सी लई, गंडा लई, अचार लई। फिर जाके इकल्ली बाबा बुढ़ा साहब जी दे चरनां दे विच पहलां प्रशादा छका के बाबा बुढ़ा साहब जी की सेवा करनी ते उस तो बाद बेनती करनी। देखो जी सीधी जी गल कह कि जदों बंदा काम करदा है उस तो बाद पैसे मंगण दे योग हुंदा है। ये थोड़ी हुंदा है कि बंदा आया है काम धेले दा नहीं कीता ते बंदा कहंदा जी तुसीं पहलां मैनूं पैसे दे दिओ ते बाद दे विच काम वेखांगे करना कि नहीं करना। मात गंगा जी नूं आखदे ने कि भुल गए तैनूं गुरु नानक दे घर अंदर रह के समझ नहीं लगी कि इत्थे सेवा करके मान प्राप्त हुंदा है।
हजूर दी बाणी कहती है, जिन सेविया तिन पाया मान। जिन्हां ने वाहिगुरु नूं, परमात्मा नूं, परमात्मा दे प्यारियां दी सेवा कीती है ना, उन्हां दी झोली दे विच मेरे सच्चे सतगुरु जी ने मानो बहुत वड्डा मान पा दिता। मात गंगा जी नूं समझाया, अज सोझी आ गई। अगले दिन अमृत वेले उठे ने, कर इशनान सिमर प्रभ अपना, मन तन भये रोगा। उठदियां सार इशनान किया, इशनान करके बंदगी कीती गए, अरदास कीती गए कि हे अकाल पुरख किरपा दे घर अंदर आयो। ये अरदास करके अपने हत्थां दे नाल मिसे प्रशादे तैयार कीते ने। अपने हत्थां दे नाल जिहड़ा दही ते लस्सी तैयार करके ते वो कुछ अचार लैके ते उतों टुर पए। किसी नूं नाल नहीं लिया, कोई रथ नहीं सवार, अज जोड़ा भी पैरों दे विच नहीं गए, केवल ते केवल एक दासी गए। दासी भी रस्ते दे विच बेनती कर दिए कि गंगा जी तुसी थक जाओगे ते जो घड़ा सिर दे उत्ते लस्सी दा भर के चुकिया है ना, ये घड़ा मेरे सिर दे उत्ते चुका दिओ। पर मात गंगा जी दे मन अंदर अज बहुत वड्डी भावना है, वो आख दिए कि नहीं भुलिए, दात ते असां लैनी है ते काम भी सेवा भी असां नूं करनी पैनी। मात गंगा जी ने बहुत निमरता दे विच बेनती की। तुरे जा रहे ने, बाबा बुढ़ा साहब जी दे कोल गए ते उस समय बाबा बुढ़ा साहब जी खेतां दे विचों काम कर रहे सन। ते जदों पता लग्या कि मात गंगा जी आए ने ते मात गंगा जी नूं वेख के आखदे ने कि मात गंगा जी मैनूं बहुत भुख लगी है। सचमुच गुरु नानक दा घर बड़ा अंतरजामी। ये गल कह के बाबा बुढ़ा साहब जी ने जमीन दे उत्ते ही आसन ला लई ने ते मात गंगा जी ने घड़ा जिहड़ा है लस्सी वाला वो थले रखिया। जिस प्रशादे जिहड़े सन कपड़े दे विच बन्ने होए सन, उन्हां प्रशादियां नूं खोल के बाबा बुढ़ा जी नूं दिता के ते बाबा बुढ़ा जी ने हाथ दे विच गंडा पकड़िया है, गंडे नूं हत्थां दे जोर दे उत्ते रख के फें दिता ते आख्या कि गंगा जी भाव मात जी तुहाडे घर अंदर एडा वड्डा योधा सूरमा पैदा होवेगा कि जेड़ा दुश्मनां दे जालमां दे सिर भन के रख दिया करेगा। ऐसे बचन आके मात गंगा जी जिवें मानो कि नेत्र वाहिगुरु जी अन्ने मनुख नूं नेत्र मिल गए को, इदां बाबा बुढ़ा साहब जी दे बचन सन कि जिवें अन्ने नूं सहारा मिल गया होवे, भुखे नूं भोजन मिल गया होवे ते मां नूं अपना विछड़िया होया पुत्र मिल गया होवे ते उहदे मन नूं बहुत सुकून मिलदा कि बाबा बुढ़ा जी दे बचन प्राप्त करके मात गंगा जी बहुत प्रसन्न होए ते बाबा बुढ़ा जी दे चरनां दे विच मत्था टेकिया। क्योंकि साहब दी बाणी कहती है, प्रभ जी बसे साधक की रसना, कि मेरे वाहिगुरु जी जेड़े ने वो साधु की रसना के उत्ते वसदे ने ते साधु का आख्या कोया बोल कदी अधूरा नहीं हुंदा, वो पूरा उजाया करदा। साहब जी दे आखे कोई बचन बाबा बुढ़ा जी दे बचन प्राप्त करके मात गंगा जी अज अमृतसर की पावन धरती के उत्ते आए ने। बेनती की है धन गुरु अर्जन देव पातशाह जी नूं कि बाबा बुढ़ा जी ने त्रुठ के ये बचन साडी झोली दे विच पाए ने कि जेड़ा तुहाडे घर अंदर पैदा होवेगा ना, वो जालमां दे सिर भन दिया करेगा। सतगुरु गुरुदेव महाराज जी ने फिर समझाया कि भुलिए सिदक नूं कदी डुलाई दा नहीं कि साधुआं दे घर अंदर दातां सारियां ने, पर सानू लैण दा वल नहीं, सानू लैण दा तरीका नहीं। ये बचन उन्होंने आके ते देखो बाबा बुढ़ा जी दे अमृतमई बचनां दे सदका अज दे दिन धन गुरु
ਹਰਗੋਬਿੰਦ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਕਿ ਉਹ ਗੁਰੂ ਕੀ ਵਡਾਲੀ ਦੇ ਵਿਖੇ ਹੋਇਆ। ਗੁਰੂ ਕੀ ਵਡਾਲੀ ਵਿਖੇ ਮਾਤ ਗੰਗਾ ਜੀ ਦੀ ਕੁੱਖ ਦੇ ਵਿੱਚੋਂ ਸਨ 1500 ਵਾਹਿਗੁਰੂ ਜੀ 1595 ਇਹ ਜਿਹੜੀ ਤਾਰੀਖ ਹੈ, ਇਸ ਤਾਰੀਖ ਦੇ ਅੰਦਰ, ਇਸ ਸਾਲ ਦੇ ਅੰਦਰ ਬਾਬਾ ਬੁੱਢਾ ਜੀ ਦੇ ਆਖੇ ਹੋਏ ਬਚਨ ਪੂਰੇ ਹੋਏ ਤੇ ਧੰਨ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਹੈ ਉਹ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਘਰ ਹੋਇਆ। ਸਾਹਿਬ ਗੁਰਦੇਵ महाराज जी की बाणी कहती है, जयकार कियो धर्मिया का पापी को दंड दिए। कि परमात्मा दे घर दा इंसाफ सी कि जेड़े पापी ने उन्हां नूं दंड ही मिलेगा ते जेड़े परमात्मा दे प्यारे ने उन्हां दी जय जयकार हुंदी है।